शक्र सो जुद के हेत मनो तर छाड़ सपच उडे गिराई। ਇੰਜ ਪ੍ਰਤੀਤ ਹੁੰਦਾ ਹੈ ਮਾਨੋ ਇੰਦਰ ਸ਼ੱਕਰ ਨਾਲ ਯੁੱਧ ਕਰਨ ਲਈ ਖੰਭਾਂ ਵਾਲੇ ਸਪੱਚ ਵੱਡੇ ਵੱਡੇ ਪਰਬਤ ਧਰਤੀ ਨੂੰ ਛੱਡ ਕੇ ਉੱਡੇ ਜਾ ਰਹੇ ਹੋਣ। ਦੋਹਰਾ। ਸੁੰਭ ਨਿਸੁੰਭ ਬਨਾਏ ਦਲ ਘੇਰ ਲਿਓ ਗਿਰਰਾਜ। ਸੁੰਭ ਅਤੇ ਨਿਸੁੰਭ ਨੇ ਦਲਾਂ ਦੀ ਵਿਉਂਤ ਕਰਕੇ ਸੁਮੇਰ ਪਰਬਤ ਗਿਰਰਾਜ ਨੂੰ ਘੇਰ ਲਿਆ ਹੈ। ਕਵਚ ਅੰਗ ਕਸ ਕੋਪ ਕਰ ਉਠੇ ਸਿੰਘ ਜਿਉਂ ਗਾਜ। ਅਤੇ ਸਰੀਰਾਂ ਉੱਤੇ ਕਵਚਾਂ ਨੂੰ ਕੱਸ ਕੇ ਅਤੇ ਕ੍ਰੋਧਿਤ ਹੋ ਕੇ ਸ਼ੇਰ ਵਾਂਗ ਗੱਜ ਉੱਠੇ ਹਨ। ਸਵਈਆ। ਸੁੰਭ ਨਿਸੁੰਭ ਸੁ ਬੀਰ ਬਲੀ ਮਨ ਕੋਪ ਪਰੇ ਰਨ ਘੂਮਹੀ ਆਏ। ਅਤ ਬਲਵਾਨ ਸੂਰਮੇ ਸੁੰਭ ਅਤੇ ਨਿਸੁੰਭ ਕ੍ਰੋਧਿਤ ਹੋ ਕੇ ਰਣਭੂਮੀ ਵਿੱਚ ਆਏ ਹਨ। ਦੇਖਨ ਮੈਂ ਸੁਭ ਅੰਗ ਉਤੰਗ ਤੁਰਾ ਕਰ ਤੇਜ ਤਰਾ ਪਰ ਤਾਏ। ਦੇਖਣ ਵਿੱਚ ਜਿਨ੍ਹਾਂ ਦੇ ਸਰੀਰ ਸ਼ੁਭ ਹਨ ਉਹ ਉੱਚੇ ਘੋੜਿਆਂ ਉੱਤੇ ਸਵਾਰ ਤੇਜ਼ੀ ਨਾਲ ਧਰਤੀ ਉੱਤੇ ਭੱਜੇ ਜਾ ਰਹੇ ਹਨ। ਤੂਰ ਉਡੀ ਤਬ ਤਾ ਛਿਨ ਮੈਂ ਤਹਿਕੇ ਕਨਕਾ ਪਗ ਸੋ ਲਪਟਾਏ। ਤਦੋਂ ਧੂੜ ਉੱਡੀ ਹੈ ਅਤੇ ਉਸੇ ਛਿਣ ਵਿੱਚ ਉਸ ਦੇ ਜ਼ਰਰੇ ਉਹਨਾਂ ਦੇ ਖੁਰਾਂ ਨੂੰ ਜਾ ਲੱਗੇ ਹਨ, ਅਰਥਾਤ ਖੁਰਾਂ ਨਾਲ ਧੂੜ ਚੰਬੜ ਗਈ ਹੈ। ਠੌਰ ਅਟੀਟ ਕੇ ਜੈ ਕਰਬੇ ਕਹਿ ਤੇਜ ਮਨੋ ਮਨ ਸੀਖਣ ਆਏ। ਇੰਜ ਪ੍ਰਤੀਤ ਹੁੰਦਾ ਹੈ ਮਾਨੋ ਅਣਦਿਸ ਦੀ ਥਾਂ ਸਵਰਗ ਨੂੰ ਜਿੱਤਣ ਲਈ ਖੁਰਾਂ ਤੋਂ ਤੀਬਰਤਾ ਸਿੱਖਣ ਵਾਸਤੇ ਜ਼ਰਿਆਂ ਦੇ ਰੂਪ ਵਿੱਚ ਮਨੁੱਖੀ ਮਨ ਸਿੱਖਿਆ ਲੈਣ ਆਏ ਹੋਣ। It seems that in order to conquer the invisible place, the mind in the form of particles hath come to learn about swiftness from the hooves. दोहरा। चंड काल का श्रवण मैं ਤਨਿਕ ਪਨਕ ਸੁਣ ਲੀਨ। ਦੂਜੇ ਪਾਸੇ ਚੰਡੀ ਅਤੇ ਕਾਲੀ ਨੇ ਵੀ ਕੰਨਾਂ ਨਾਲ ਥੋੜ੍ਹੀ ਬਿੜਕ ਸੁਣ ਲਈ। ਉੱਤਰ ਸ਼੍ਰਿੰਗ ਗਿਰ ਰਾਜ ਤੇ ਮਹਾਂ ਕੁਲਾਹਲ ਕੀਨ। ਇਸ ਲਈ ਉਹਨਾਂ ਨੇ ਸੁਮੇਰ ਪਰਬਤ ਦੀ ਚੋਟੀ ਤੋਂ ਉਤਰ ਕੇ ਖੂਬ ਹਲਾ ਗੁੱਲਾ ਮਚਾ ਦਿੱਤਾ ਹੈ। ਸਵਈਆ। आवत देख के चंड प्रचंड को कोप करियो मन में अत दानो। ਪ੍ਰਚੰਡ ਚੰਡੀ ਨੂੰ ਆਉਂਦਿਆਂ ਵੇਖ ਕੇ ਸੁੰਭ ਦੈਤ ਨੇ ਮਨ ਵਿੱਚ ਬਹੁਤ ਕ੍ਰੋਧ ਕੀਤਾ। ਨਾਸ ਕਰੋ ਇਹ ਕੋ ਛਿਨ ਮੈਂ ਕਰ ਬਾਣ ਸੰਭਾਰ ਬੜੋ ਤਨ ਤਾਨੋ। ਇਸ ਦੇਵੀ ਨੂੰ ਛਿਣ ਵਿੱਚ ਨਸ਼ਟ ਕਰ ਦੇਵਾਂਗਾ। ਇਹ ਭਾਵ ਮਨ ਵਿੱਚ ਧਾਰ ਕੇ ਬਾਣ ਨੂੰ ਸੰਭਾਲ ਕੇ ਵੱਡੇ ਧਨੁਸ਼ ਵਿੱਚ ਖਿੱਚਿਆ। ਕਾਲੀ ਕੇ ਬਕਰ ਬਿਲੋਕਨ ਤੇ ਸੋ ਉੱਠਿਓ ਮਨ ਮੈਂ ਭ੍ਰਮ ਜਿਉਂ ਜਮ ਜਾਨੋ। ਕਾਲੀ ਦੇ ਮੁਖ ਬਕਰ ਨੂੰ ਵੇਖਣ ਨਾਲ ਉਸ ਦੇ ਮਨ ਵਿੱਚ ਭਰਮ ਪੈਦਾ ਹੋਇਆ ਕਿ ਇਹ ਜਮ ਵਰਗਾ ਹੈ। ਬਾਣ ਸਮੂਹ ਚਲਾਏ ਦਏ ਕਿਲਕਾਰ ਉੱਠਿਓ ਜੋ ਪ੍ਰਲਯ ਕਨ ਮਾਨੋ। ਫਿਰ ਵੀ ਉਸਨੇ ਸਾਰੇ ਬਾਣ ਚਲਾ ਦਿੱਤੇ ਅਤੇ ਇਸ ਤਰ੍ਹਾਂ ਚੀਕ ਉੱਠੀਆਂ ਮਾਨੋ ਪਰਲੋ ਵੇਲੇ ਦੇ ਬੱਦਲ ਗੱਜਦੇ ਹੋਣ। ਬੈਰਨ ਨੇ ਕਨ ਸੇ ਦਲ ਪੈਠ ਲਿਓ ਕਰ ਮੈਂ ਤਨ ਸਾਇਕ ਐਸੇ। ਵੈਰੀਆਂ ਦੇ ਬੱਦਲ ਵਰਗੇ ਦਲ ਵਿੱਚ ਵੜ ਕੇ ਚੰਡੀ ਨੇ ਹੱਥ ਵਿੱਚ ਧਨੁਸ਼ ਬਾਣ ਫੜ ਲਿਆ। श्याम पहाड़ से दैत हने तम जैसे हरे रव की किरने से। ਕਾਲੇ ਪਰਬਤ ਵਰਗੇ ਦੈਤ ਇਸ ਤਰ੍ਹਾਂ ਮਾਰ ਦਿੱਤੇ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਨਾਲ ਹਨੇਰਾ ਖਤਮ ਹੋ ਜਾਂਦਾ ਹੈ। ਪਾਜ ਗਈ ਤੁਜਨੀ ਦਰ ਕੇ ਕਬ ਕੋ ਕਹੇ ਤਹਿ ਕੀ ਛਬ ਕੈਸੇ।
ਚੰਡੀ ਦੇ ਡਰ ਨਾਲ ਦੈਂਤ ਸੈਨਾ ਭੱਜ ਗਈ। ਉਸ ਦੀ ਛਵੀ ਨੂੰ ਕੋਈ ਕਵੀ ਕਿਵੇਂ ਕਹਿ ਸਕਦਾ ਹੈ? ਭੀਮ ਕੋ ਸ਼ਰਵਣ ਪਰਿਓ ਮੁਖ ਦੇਖ ਕੇ ਛਾੜ ਚਲੇ ਰਨ ਕੌਰਵ ਜੈਸੇ। ਜਿਵੇਂ ਭੀਮ ਦੇ ਲਹੂ ਭਰੇ ਮੂੰਹ ਨੂੰ ਵੇਖ ਕੇ ਕੌਰਵ ਰਣ ਭੂਮੀ ਨੂੰ ਛੱਡ ਚਲੇ ਹਨ। ਕਬਿਤ। ਆਗਿਆ ਪਈ ਸੁੰਭ ਕੀ ਸु महावीर तीर जोधे आए चंड ऊपर सु क्रोध कै बन ठनी। ਸੁੰਭ ਦੀ ਆਗਿਆ ਪ੍ਰਾਪਤ ਕਰਕੇ ਮਹਾਬਲੀ ਅਤੇ ਤੀਰਜਵਾਨ ਯੋਧੇ ਕ੍ਰੋਧ ਪੂਰਵਕ ਸਜ ਤਜ ਕੇ ਚੰਡੀ ਉੱਪਰ ਚੜ ਆਏ। ਚੰਡਿਕਾ ਲੈ ਬਾਨ ਓ ਕਮਾਨ ਕਾਲੀ ਕਿਰਪਾਨ ਛਿਨ ਮਦ ਕਹਿ ਕੇ ਬਲ ਸੁੰਭ ਕੀ ਹਨੀ ਅਨੀ। ਚੰਡੀ ਨੇ ਧਨੁਸ਼ ਅਤੇ ਬਾਣ ਅਤੇ ਕਾਲੀ ਨੇ ਕਿਰਪਾਨ ਧਾਰਨ ਕਰਕੇ ਬਲਪੂਰਵਕ ਛਿਣ ਵਿੱਚ ਹੀ ਸ਼ੁੰਭ ਦੀ ਸੈਨਾ ਨੂੰ ਮਾਰ ਦਿੱਤਾ। ਡਰਤ ਜੇ ਖੇਤ ਮਹਾ ਪ੍ਰੇਤ ਕੀਨੇ ਬਾਨਨ ਸੋ ਬਿਚਲ ਬਿਥਰ ਐਸੇ ਭਾਜਗੀ ਅਨੀ ਕੀਨੀ। ਡਰਦੇ ਮਾਰੇ ਯੁੱਧ ਭੂਮੀ ਛੱਡ ਗਏ, ਉਹਨਾਂ ਨੂੰ ਬਾਣਾਂ ਦੀ ਮਾਰ ਨਾਲ ਪੂਤਨੇ ਬਣਾ ਦਿੱਤਾ ਅਤੇ ਵਿਚਲਿਤ ਦੈਂਤ ਸੈਨਾ ਇਸ ਤਰ੍ਹਾਂ ਖਿੰਡ ਪੁੰਡ ਗਈ। ਜੈਸੇ ਬਾਰੂਥਲ ਮੈਂ ਸਭੂ ਬਹੇ ਪਉਨ ਹੂੰ ਕੇ ਤੂਰ ਉੱਡ ਚਲੇ ਹੋਏ ਕੇ ਕੋਟਿਕ ਕਨੀ ਕਨੀ। ਜਿਸ ਤਰ੍ਹਾਂ ਰੇਤ ਦੇ ਥਲ ਵਿੱਚ ਹਵਾ ਦੇ ਝੋਂਕੇ ਨਾਲ ਤੂੜ ਦੇ ਕਰੋੜਾਂ ਜ਼ਰਰੇ ਉੱਡਣ ਲੱਗ ਜਾਂਦੇ ਹਨ। ਸਵਈਆ। ਖਗਲੇ ਕਾਲੀ ਔ ਚੰਡੀ ਕੁਵੰਡ ਬਿਲੋਕ ਕੇ ਦਾਨਵ ਇਉ ਦਬਟੇ ਹੈ। ਕਾਲੀ ਨੇ ਖੜਗ ਅਤੇ ਚੰਡੀ ਨੇ ਧਨੁਸ਼ ਲੈ ਕੇ ਦੈਂਤ ਨੂੰ ਵੇਖ ਕੇ ਇਆਂ ਦਬਕਾਇਆ ਹੈ। ਕੇਤਕ ਚਾਬ ਗਈ ਮੁਖ ਕਾਲਿਕਾ ਕੇਤਨ ਕੇ ਸਿਰ ਚੰਡ ਕਟੇ ਹੈ। ਕਈਆਂ ਨੂੰ ਕਾਲੀ ਮੂੰਹ ਨਾਲ ਚੱਬ ਗਈ ਹੈ ਅਤੇ ਕਈਆਂ ਦੇ ਸਿਰ ਚੰਡੀ ਨੇ ਕੱਟ ਦਿੱਤੇ ਹਨ। ਸ਼ਰਉਣਤ ਸਿੰਧ ਪਇਓ ਤਰਮੈ ਰਨ ਛਾੜ ਗਏ ਇੱਕ ਦੈਤ ਫਟੇ ਹੈ। ਧਰਤੀ ਉੱਤੇ ਲਹੂ ਦਾ ਸਮੁੰਦਰ ਬਣ ਗਿਆ ਹੈ। ਕਈ ਦੈਂਤ ਰਣ ਭੂਮੀ ਛੱਡ ਗਏ ਹਨ ਅਤੇ ਕਈ ਦੈਂਤ ਜ਼ਖਮੀ ਹੋਏ ਪਏ ਹਨ ਜੋ ਯੁੱਧ ਵਿੱਚੋਂ ਭੱਜ ਕੇ ਗਏ ਹਨ। ਸੁੰਭ ਪੈ ਜਾਏ ਕਹੇ ਤਿਨ ਇਉਂ ਬਹੁਬੀਰ ਮਹਾ ਤਹਿ ਠੌਰ ਲਟੇ ਹੈ। ਉਹਨਾਂ ਨੇ ਸੁੰਭ ਕੋਲ ਜਾ ਕੇ ਇਉਂ ਗੱਲ ਕਹੀ ਕਿ ਬਹੁਤ ਸਾਰੇ ਮਹਾਨ ਯੋਧੇ ਰਣਭੂਮੀ ਵਿੱਚ ਲੇਟੇ ਪਏ ਹਨ, ਅਰਥਾਤ ਮਾਰੇ ਗਏ ਹਨ। ਦੋਹਰਾ। ਦੇਖ ਭਿਆਨਕ ਯੁੱਧ ਕੋ ਕੀਨੋ ਬਿਸਨ ਵਿਚਾਰ। ਇਸ ਤਰ੍ਹਾਂ ਦੇ ਭਿਆਨਕ ਯੁੱਧ ਨੂੰ ਵੇਖ ਕੇ ਵਿਸ਼ਨੂੰ ਨੇ ਵਿਚਾਰ ਕੀਤਾ। ਸਕਤ ਸਹਾਇਤ ਕੇ ਨਮਿਤ ਭੇਜ ਰਨਹੀ ਮੰਝਾਰ। ਅਤੇ ਚੰਡੀ ਦੀ ਸਹਾਇਤਾ ਲਈ ਸਾਰੀਆਂ ਦੇਵ ਸ਼ਕਤੀਆਂ ਰਣਭੂਮੀ ਵਿੱਚ ਭੇਜ ਦਿੱਤੀਆਂ। ਸਵਈਆ। ਆਇਸ ਪਾਏ ਸਭੇ ਸਖਤ ਸਖਤੀ ਚਲ ਕੇ ਤਾਂ ਚੰਡ ਪ੍ਰਚੰਡ ਪੈ ਆਈ। ਵਿਸ਼ਨੂੰ ਦੀ ਆਗਿਆ ਪ੍ਰਾਪਤ ਕਰਕੇ ਦੇਵਤਿਆਂ ਦੀ ਸਾਰੀ ਸ਼ਕਤੀ ਚਲ ਕੇ ਉੱਥੇ ਪ੍ਰਚੰਡ ਚੰਡੀ ਕੋਲ ਆ ਗਈ। ਦੇਵੀ ਕਹਿਓ ਤਿਨ ਕੋ ਕਰ ਆਦਰ ਆਏ ਭਲੇ ਜਨ ਬੋਲ ਪਠਾਈ। ਉਹਨਾਂ ਦਾ ਆਦਰ ਕਰਕੇ ਦੇਵੀ ਨੇ ਜਿਉਂ ਆਇਆਂ ਕਿਹਾ ਮਾਨੋ ਬੁਲਾਵਾ ਭੇਜ ਕੇ ਮੰਗਵਾਇਆ ਹੋਣ। ਤਾਂ ਛਬ ਕੀ ਉਪਮਾ ਅਤ ਹੀ ਕਵ ਨੇ ਆਪਣੇ ਮਨ ਮੇਂ ਲਖ ਪਾਈ। ਉਸ ਸਮੇਂ ਦੀ ਛਵੀ ਦੀ ਉਪਮਾ ਕਵੀ ਨੇ ਆਪਣੇ ਮਨ ਵਿੱਚ ਚੰਗੀ ਤਰ੍ਹਾਂ ਜਾਣ ਲਈ। ਮਾਨੋ ਸਾਵਨ ਮਾਸ ਨਦੀ ਚਲ ਕੇ ਜਲਰਾਸ ਮੇਂ ਆਨ ਸਮਾਈ।
ਮਾਨੋ ਸਾਵਣ ਦੇ ਮਹੀਨੇ ਵਿੱਚ ਨਦੀ ਚਲ ਕੇ ਸਮੁੰਦਰ ਵਿੱਚ ਆ ਸਮਾਏ ਹੋਵੇ। ਦੇਖ ਮਹਾਦਲ ਦੇਵਨ ਕੋ ਬਰ ਬੀਰ ਸੋ ਸਾਮੋਹੇ ਜੁਦ ਕੋ ਤਾਏ। ਦੇਵਤਿਆਂ ਦੇ ਵੱਡੇ ਦਲ ਨੂੰ ਵੇਖ ਕੇ ਸ਼ਕਤੀਸ਼ਾਲੀ ਵੀਰ ਦੈਂਤ ਯੁੱਧ ਕਰਨ ਲਈ ਸਾਹਮਣੇ ਆ ਗਏ। ਬਾਨਨ ਸਾਤ ਹਨੇ ਬਲ ਕੇ ਰਨ ਮੈਂ ਬਹੁ ਆਵਤ ਬੀਰ ਗਿਰਾਏ। ਉਹਨਾਂ ਦੈਂਤ ਵੀਰਾਂ ਨੂੰ ਆਉਂਦਿਆਂ ਹੋਇਆਂ ਵੇਖ ਕੇ ਚੰਡੀ ਨੇ ਬਲਪੂ ਰਵਕ ਤੀਰਾਂ ਨਾਲ ਰਣ ਵਿੱਚ ਮਾਰ ਦਿੱਤਾ। ਦਾੜਨ ਸਾਥ ਚਬਾਏ ਗਏ ਕਲ ਔਰ ਕਹੇ ਚਹੂੰ ਔਰ ਬਗਾਏ। ਉਹਨਾਂ ਵਿੱਚੋਂ ਕਈਆਂ ਨੂੰ ਕਾਲੀ ਦਾੜਾਂ ਨਾਲ ਚਬ ਗਈ ਅਤੇ ਕਈ ਹੋਰਾਂ ਨੂੰ ਫੜ ਫੜ ਕੇ ਚੌਹਾਂ ਪਾਸਿਆਂ ਵਿੱਚ ਸੁੱਟ ਦਿੱਤਾ। ਰਾਵਣ ਸੋ ਰਸ ਕੈ ਰਨ ਮੈਂ ਪਤ ਪਾਲਕ ਜਿਉਂ ਗਿਰਰਾਜ ਚਲਾਏ। ਜਿਵੇਂ ਰਾਵਣ ਨਾਲ ਗੁੱਸੇ ਹੋ ਕੇ ਜਾਮਵੰਤ ਪਾਲਕਪਤ ਪਤੀ ਨੇ ਯੁੱਧ ਵਿੱਚ ਵੱਡੇ ਵੱਡੇ ਪਰਬਤ ਸੁੱਟੇ ਹੋਣ। ਫੇਰ ਲੈ ਪਾਨ ਕਿਰਪਾਨ ਸੰਭਾਰ ਕੇ ਦੈਤਨ ਸੋ ਬਹੁ ਜੁੱਧ ਕਰਿਓ ਹੈ। ਫਿਰ ਕਾਲੀ ਨੇ ਹੱਥ ਵਿੱਚ ਕਿਰਪਾਨ ਸੰਭਾਲ ਕੇ ਦੈਤਾਂ ਨਾਲ ਬਹੁਤ ਯੁੱਧ ਕੀਤਾ ਹੈ। ਮਾਰ ਬਿਦਾਰ ਸੰਘਾਰ ਦੇ ਬਹੁ ਭੂਮ ਪਰੇ ਪਟ ਸਰਉਣ ਚਰਿਓ ਹੈ। ਤਲਵਾਰ ਨਾਲ ਬਹੁਤ ਸੂਰਮੇ ਕੱਟ ਵੱਢ ਸੁੱਟੇ ਹਨ ਅਤੇ ਭੂਮੀ ਉੱਤੇ ਡਿੱਗੇ ਪਏ ਸੂਰਮਿਆਂ ਦੇ ਸਰੀਰਾਂ ਵਿੱਚੋਂ ਲਹੂ ਵਗ ਰਿਹਾ ਹੈ। ਗੋਦ ਬਇਓ ਅਰ ਸੀਸਨ ਤੇ ਕਵ ਨੇ ਤeh ਕੋ ਇਹ ਪਾਉ ਤਰਿਓ ਹੈ। ਵੈਰੀਆਂ ਦੇ ਸਰੀਰਾਂ ਵਿੱਚੋਂ ਵਗਦੀ ਮਿੱਝ ਨੂੰ ਵੇਖ ਕੇ ਕਵੀ ਨੇ ਇਹ ਭਾਵ ਕੱਢਿਆ ਹੈ। ਮਾਨੋ ਪਹਾੜ ਕੇ ਸ਼੍ਰਿੰਗਹ ਤੇ ਤਰਨੀ ਪਰ ਆਨ ਤੁਸਾਰ ਪਰਿਓ ਹੈ। ਮਾਨੋ ਪਹਾੜ ਕੇ ਸ਼੍ਰਿੰਗਹ ਤੇ ਤਰਨ ਪਰ ਆਨ ਤੁਸਾਰ ਪਰਿਓ ਹੈ। ਮਾਨੋ ਪਰਬਤ ਦੀ ਚੋਟੀ ਤੋਂ ਧਰਤੀ ਉੱਤੇ ਬਰਫ਼ ਤੁਸਾਰ ਡਿੱਗ ਪਈ ਹੋਵੇ। ਦੋਹਰਾ। ਭਾਗ ਗਈ ਤੁਜਨੀ ਸਭੇ ਰਹਿਓ ਨਾ ਕਛੁ ਉਪਾਇਓ। ਜਦੋਂ ਕੋਈ ਉਪਾਅ ਨਾ ਰਿਹਾ ਤਾਂ ਦੈਂਤਾਂ ਦੀ ਸਾਰੀ ਸੈਨਾ ਭੱਜ ਗਈ। ਸੁੰਭ ਨਿਸੁੰਭ ਹੀ ਸੋ ਕਹਿਓ ਦਲ ਲੈ ਤੁਮ ਹੂ ਜਾਉ। ਉਸ ਵੇਲੇ ਸੁੰਭ ਨੇ ਨਿਸ਼ੁੰਭ ਨੂੰ ਕਿਹਾ ਕਿ ਤੂੰ ਹੀ ਦਲ ਲੈ ਕੇ ਲੜਨ ਲਈ ਜਾ। ਸਵਈਆ। मान के सुंभ को बोल निसुंभ चलियो दल साज महाबल ऐसे। शुंभ ਦੇ ਬੋਲ ਹੁਕਮ ਮੰਨ ਕੇ ਮਹਾਬਲੀ ਨਿਸ਼ੁੰਭ ਆਪਣਾ ਦਲ ਸਜਾ ਕੇ ਇਸ ਤਰ੍ਹਾਂ ਤੁਰ ਪਿਆ। ਭਾਰਤ ਜਿਉ ਰਨ ਮੈਂ ਰਿਸ ਭਾਰਤ ਕ੍ਰੁੱਧ ਕੇ ਜੁਦ ਕਰਿਓ ਕਰਨੇ ਸੈ। ਜਿਸ ਤਰ੍ਹਾਂ ਮਹਾਭਾਰਤ ਦੀ ਜੰਗ ਵੇਲੇ ਅਰਜੁਨ ਪਾਰਥੀ ਨੂੰ ਕ੍ਰੋਧਪੂਰਵਕ ਕਰਨ ਨਾਲ ਯੁੱਧ ਕੀਤਾ ਸੀ। ਚੰਡ ਕੇ ਬਾਣ ਲਗੇ ਬਹੁ ਦੈਤ ਕਉ ਫੋਰ ਕੇ ਪਾਰ ਪਏ ਤਨ ਕੈਸੇ। ਚੰਡੀ ਦੇ ਬਹੁਤ ਸਾਰੇ ਬਾਣ ਦੈਤ ਨੂੰ ਲੱਗੇ, ਉਹ ਤਨ ਨੂੰ ਚੀਰ ਕੇ ਕਿਸ ਤਰ੍ਹਾਂ ਪਾਰ ਹੋ ਗਏ। ਸਾਵਨ ਮਾਸ ਕਿਸਾਨ ਕੇ ਖੇਤ ਉਗੇ ਮਨੋ ਤਾਨ ਕੇ ਅੰਕੁਰ ਜੈਸੇ। ਮਾਨੋ ਸਾਵਣ ਦੇ ਮਹੀਨੇ ਵਿੱਚ ਕਿਸਾਨ ਦੇ ਖੇਤ ਵਿੱਚ ਧਾਨ ਦੇ ਅੰਕੁਰ ਨਿਕਲੇ ਹੋਣ। ਬਾਨਨ ਸਾਥ ਗਿਰਾਏ ਦਏ ਬਹੁਰੋ ਆਸ ਲੈ ਕਰ ਇਉ ਰਨ ਕੀਨੋ। ਪਹਿਲਾ ਬਾਣਾ ਨਾਲ ਡਿੱਗਾ ਦਿੱਤਾ ਅਤੇ ਫਿਰ ਹੱਥ ਵਿੱਚ ਤਲਵਾਰ ਲੈ ਕੇ ਇਸ ਤਰ੍ਹਾਂ ਯੁੱਧ ਕੀਤਾ। ਮਾਰ ਬਿਦਾਰ ਦਈ ਤੁਜਨ ਸਭ ਦਾਨਵ ਕੋ ਬਲ ਹੋਈ ਗਇਓ ਛੀਨੋ। ਕਿ ਸਾਰੀ ਦੈਂਤ ਸੈਨਾ ਨੂੰ ਮਾਰ ਕੇ ਨਸ਼ਟ ਕਰ ਦਿੱਤਾ, ਫਲਸਵਰੂਪ ਵੈਰੀ ਦੀ ਸ਼ਕਤੀ ਮੱਠੀ ਪੈ ਗਈ। ਸਰਉਣ ਸਮੂਹ ਪਰਿਓ ਤਹ ਠਉਰ ਤਹਾਂ ਕਵ ਨੇ ਜਸ ਇਉ ਮਨ ਚੀਨੋ।
ਉਸ ਸਥਾਨ ਉੱਤੇ ਬਹੁਤ ਅਧਿਕ ਲਹੂ ਪਿਆ ਹੋਇਆ ਹੈ। ਉਸ ਦਾ ਯਸ਼ ਕਵੀ ਨੇ ਮਨ ਵਿੱਚ ਇਸ ਤਰ੍ਹਾਂ ਜਾਣਿਆ ਹੈ। ਸਾਤ ਹੂੰ ਸਾਗਰ ਕੋ ਰਚ ਕੇ ਬਿਦ ਆਠਵੋਂ ਸਿੰਧ ਕਰਿਓ ਹੈ ਨਵੀਨੋ। ਮਾਨੋ 7 ਸਮੁੰਦਰਾਂ ਨੂੰ ਬਣਾ ਕੇ ਬ੍ਰਹਮਾ ਨੇ ਲਹੂ ਦਾ 8ਵਾਂ ਨਵਾਂ ਸਮੁੰਦਰ ਬਣਾਇਆ ਹੋਵੇ। ਲੈ ਕਰ ਮੈਂ ਅਸ ਚੰਡ ਪ੍ਰਚੰਡ ਸੂ ਕ੍ਰੁੱਧ ਪਏ ਰਨ ਮਦ ਲਰੀ ਹੈ। ਪ੍ਰਚੰਡ ਚੰਡੀ ਹੱਥ ਵਿੱਚ ਸਲਵਾਰ ਧਾਰਨ ਕਰਕੇ ਕ੍ਰੋਧਿਤ ਹੋਈ ਰਣ ਵਿੱਚ ਲੜ ਰਹੀ ਹੈ। ਫੋਰ ਦਈ ਚਤੁਰੰਗ ਚਮੂ ਬਲ ਕੇ ਬਹੁ ਕਾਲਿਕਾ ਮਾਰ ਤਰੀ ਹੈ ਅਤੇ ਚਤੁਰੰਗਣੀ ਸੈਨਾ ਨੂੰ ਬਲਪੂਰਵਕ ਨਸ਼ਟ ਕਰ ਦਿੱਤਾ ਹੈ। ਕਾਲੀ ਨੇ ਵੀ ਬਹੁਤ ਫੌਜ ਮਾਰ ਸੁੱਟੀ ਹੈ। ਰੂਪ ਦਿਖਾਏ ਭਿਆਨਕ ਇਉਂ ਅਸੁਰੰਪਤ ਪ੍ਰਾਤ ਕੀ ਕਰਾਤ ਹਰੀ ਹੈ। ਇਸ ਤਰ੍ਹਾਂ ਭਿਆਨਕ ਰੂਪ ਵਿਖਾ ਕੇ ਨਿਸੁੰਭ ਅਸੁਰਪਤੀ ਪ੍ਰਾਤ ਦੀ ਚਮਕ ਨੂੰ ਨਸ਼ਟ ਕਰ ਦਿੱਤਾ ਹੈ। ਸ਼੍ਰਵਣ ਸੋ ਲਾਲ ਪਈ ਤਰਨੀ ਸੂ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ। ਲਹੂ ਨਾਲ ਧਰਤੀ ਲਾਲ ਹੋ ਗਈ ਹੈ, ਮਾਨੋ ਧਰਤੀ ਨੇ ਸੂਹੇ ਰੰਗ ਦੀ ਸਾੜੀ ਪਾਈ ਹੋਈ ਹੋਵੇ। ਦੈਤ ਸੰਭਾਰ ਸਭੇ ਆਪਣੋ ਬਲ ਚੰਡ ਸੋ ਜੁਦ ਕੋ ਫੇਰ ਅਰੇ ਹੈ। ਸਾਰੇ ਦੈਂਤ ਆਪਣਾ ਬਲ ਸੰਭਾਲ ਕੇ ਚੰਡੀ ਨਾਲ ਯੁੱਧ ਕਰਨ ਲਈ ਫਿਰ ਡਟੇ ਹੋਏ ਹਨ। ਆਯੁਧ ਤਾਰ ਲਰੇ ਰਨ ਇਉਂ ਜਨ ਦੀਪਕ ਮਦ ਪਤੰਗ ਪਰੇ ਹੈ। ਸ਼ਸਤਰ ਧਾਰ ਕੇ ਯੁੱਧ ਭੂਮੀ ਵਿੱਚ ਇੰਜ ਲੜ ਰਹੇ ਹਨ, ਮਾਨੋ ਦੀਵੇ ਵਿੱਚ ਪਤੰਗੇ ਪੈ ਰਹੇ ਹੋਣ। ਚੰਡ ਪ੍ਰਚੰਡ ਕੁਵੰਡ ਸੰਭਾਰ ਸਭੇ ਰਨ ਮਧ ਦੂ ਟੂਕ ਕਰੇ ਹੈ। ਪ੍ਰਚੰਡ ਚੰਡੀ ਨੇ ਧਨੁਸ਼ ਸੰਭਾਲ ਕੇ ਸਭ ਦੇ ਰਣ ਵਿੱਚ 2-2 ਟੋਟੇ ਕਰ ਦਿੱਤੇ ਹਨ। मानो महाबन में बर बृछन काट के बाड़ी जुदे के तरे है। मानो महाबन विच त्रिखान ने ਵੱਡੇ ਵੱਡੇ ਬ੍ਰਿਛ ਕੱਟ ਕੇ ਵੱਖਰੇ ਰੱਖੇ ਹੋਣ। ਮਾਰ ਲਿਓ ਦਲ ਔਰ ਭਜਿਓ ਮਨ ਮੈਂ ਤਬ ਕੋਪ ਨਿਸੁੰਭ ਕਰਿਓ ਹੈ। ਜਦੋਂ ਕੁਛ ਦਲ ਮਾਰ ਲਿਆ ਗਿਆ ਅਤੇ ਹੋਰ ਭੱਜ ਗਿਆ, ਤਦੋਂ ਨਿਸ਼ੁੰਭ ਨੇ ਮਨ ਵਿੱਚ ਕ੍ਰੋਧ ਕੀਤਾ। ਚੰਡ ਕੇ ਸਾਮੋਹੇ ਆਨ ਅਰਿਓ ਅਤ ਜੁੱਧ ਕਰਿਓ ਪਗ ਨਾਹੀ ਡਰਿਓ ਹੈ। ਅਤੇ ਚੰਡੀ ਦੇ ਸਾਹਮਣੇ ਆ ਕੇ ਡਟ ਗਿਆ। ਉਸਨੇ ਖੂਬ ਯੁੱਧ ਕੀਤਾ ਅਤੇ ਇੱਕ ਕਦਮ ਵੀ ਪਿੱਛੇ ਨਾ ਹਟਾਇਆ। ਚੰਡ ਕੇ ਬਾਣ ਲਗਿਓ ਮੁਖ ਦੈਤ ਕੇ ਸ਼੍ਰਵਣ ਸਮੂਹ ਤਰਾਨ ਭਰਿਓ ਹੈ। ਚੰਡੀ ਦੇ ਬਾਣ ਦੈਤ ਦੇ ਮੁਖ ਵਿੱਚ ਲੱਗੇ ਤਾਂ ਬਹੁਤ ਸਾਰਾ ਲਹੂ ਧਰਤੀ ਉੱਤੇ ਆ ਪਿਆ। ਮਾਨੋ ਰਾਹੂ ਗ੍ਰਸਿਓ ਨਭ ਪਾਨ ਸੂ ਸਰਉਨਤ ਕੋ ਅਤ ਪੌਨ ਕਰਿਓ ਹੈ। ਮਾਨੋ ਆਕਾਸ਼ ਵਿੱਚ ਰਾਹੂ ਨੇ ਸੂਰਜ ਨੂੰ ਗ੍ਰਸ ਲਿਆ ਹੋਵੇ ਅਤੇ ਸੂਰਜ ਨੇ ਲਹੂ ਦੀ ਵੱਡੀ ਉਲਟੀ ਕੀਤੀ ਹੋਵੇ। ਸਾਗ ਸੰਭਾਰ ਕਰਨ ਬਲ ਤਾਰ ਕੇ ਚੰਡ ਦਏ ਰਿਪ ਪਾਲ ਮੈਂ ਐਸੇ। ਦੇਵੀ ਨੇ ਹੱਥ ਵਿੱਚ ਸਾਗ ਨੂੰ ਧਾਰਨ ਕਰਕੇ ਅਤੇ ਸਾਰਾ ਬਲ ਅਰਜਿਤ ਕਰਕੇ ਵੈਰੀ ਦੈਤ ਦੇ ਮਸਤਕ ਵਿੱਚ ਇਸ ਤਰ੍ਹਾਂ ਖੋਬੀ। जोर के फोर गई सिर त्रान को पार पई पट फार अनैसे। ਜੋ ਜ਼ੋਰ ਨਾਲ ਸਿਰ ਦੇ ਲੋਹੇ ਦੇ ਟੋਪ ਨੂੰ ਫੋੜ ਗਈ ਅਤੇ ਸਾਗ ਦੀ ਚੁੰਬ ਪਟਕੇ ਨੂੰ ਪਾੜ ਕੇ ਪਾਰ ਹੋ ਗਈ। श्रवण की तार चली पथ उरत सो उपमा सो पई कहूँ कैसे। ਦੈਤ ਦੇ ਮੱਥੇ ਤੋਂ ਲਹੂ ਦੀ ਤਾਰ ਨਿਕਲ ਕੇ ਉੱਪਰ ਵੱਲ ਚਲੀ, ਉਸ ਦੀ ਉਪਮਾ ਕਿਸ ਤਰ੍ਹਾਂ ਦੀ ਹੋਈ। ਮਾਨੋ ਮਹੇਸ਼ ਕੇ ਤੀਸਰੇ ਨੈਣ ਕੀ ਜੋਤ ਉਦੋਤ ਪਈ
ਖੁੱਲ੍ਹ ਤੈਸੇ, ਮਾਨੋ ਸ਼ਿਵ ਦੇ ਤੀਜੇ ਨੈਣ ਦੇ ਖੁੱਲ੍ਹਣ ਨਾਲ ਉਸ ਦੀ ਜੋਤੀ ਪ੍ਰਗਟ ਹੋਈ ਹੋਵੇ। दैत निकास के साग वहे, बल के तब चंड प्रचंड को दीनी। ਉਹੀ ਸਾਗ ਆਪਣੇ ਸਰੀਰ ਤੋਂ ਕੱਢ ਕੇ ਦੈਂਤ ਨੇ ਜ਼ੋਰ ਨਾਲ ਪ੍ਰਚੰਡ ਚੰਡੀ ਨੂੰ ਮਾਰੀ। ਜਾਏ ਲਗੀ ਤਹਿ ਕੇ ਮੁਖ ਮੈਂ, ਬਹਿ ਸਰਉਣ ਪਰਿਓ ਅਤ ਹੀ ਛਬਕੀਨੀ। ਉਹ ਸਾਗ, that spear, ਉਸ ਦੁਰਗਾ ਦੇ ਮੂੰਹ ਵਿੱਚ ਜਾ ਲੱਗੀ। ਫਲਸਵਰੂਪ ਬਹੁਤ ਸਾਰਾ ਲਹੂ ਵਗਿਆ ਅਤੇ ਉਸਨੇ ਬਹੁਤ ਸ਼ੋਭਾ ਵਧਾਈ ਹੈ। ਇਹ ਉਪਮਾ ਉਪਜੀ ਮਨ ਮੈਂ, ਕਬ ਕੇ ਇਹ ਪਾਤ ਸੋਈ ਕਹਿ ਦੀਨੀ। ਕਵੀ ਦੇ ਮਨ ਵਿੱਚ ਇਸ ਤਰ੍ਹਾਂ ਦੀ ਉਪਮਾ ਪੈਦਾ ਹੋਈ। ਉਹ ਇਸ ਤਰ੍ਹਾਂ ਕਹਿ ਦਿੱਤੀ, ਮਾਨਹੁ ਸਿੰਗਲ ਦੀਪ ਕੀ, ਨਾਰ ਗਰੇ ਮੈਂ ਤੰਬੋਰ ਕੀ ਪੀਕ ਨਵੀਨੀ। ਮਾਨੋ ਪਦਮਿਨੀ ਸਿੰਗਲਾ ਦੀਪ ਦੀ ਇਸਤਰੀ ਦੇ ਗਲੇ ਵਿੱਚ ਪਾਨ ਦੀ ਤਾਜ਼ਾ ਥੁੱਕ ਦਿਸ ਰਹੀ ਹੋਵੇ। ਜੁਧ ਨਿਸੁੰਭ ਕਰਿਓ ਅਤ ਹੀ, ਜਸ ਇਆਂ ਛਬ ਕੋ ਕਬ ਕੋ ਬਰਨੇ। ਨਿਸੁੰਭ ਨੇ ਬਹੁਤ ਯੁੱਧ ਕੀਤਾ ਹੈ, ਇਸ ਛਵੀ ਦਾ ਯਸ਼ ਕਿਹੜਾ ਕਵੀ ਵਰਣਨ ਕਰ ਸਕਦਾ ਹੈ। ਨਹਿ ਪੀਖਮ द्रोण कृपा अर द्रोणज, ਭੀਮ ਨਾ ਅਰਜਨ ਓ ਕਰਨੇ। ਭੀਸ਼ਮ, ਦ੍ਰੋਣਾਚਾਰਿਆ ਅਤੇ ਕਿਰਪਾਚਾਰਿਆ ਨੇ ਵੀ ਅਜਿਹਾ ਯੁੱਧ ਨਹੀਂ ਕੀਤਾ ਅਤੇ ਨਾ ਹੀ ਭੀਮ, ਅਰਜਨ ਅਤੇ ਕਰਨ ਨੇ ਕੀਤਾ ਹੈ। ਇਹ ਸਾਰੇ ਮਹਾਭਾਰਤ ਦੇ ਪ੍ਰਮੁੱਖ ਯੋਧੇ ਹਨ। ਬਹੁ ਦਾਨਵ ਕੇ ਤਨ ਸੁਣਾਉਣ ਕੀ, ਤਾਰ ਛੁਟੀ ਸੋ ਲਗੇ ਸਰ ਕੇ ਫਰਨੇ। ਬਹੁਤ ਸਾਰੇ ਦੈਂਤਾਂ ਦੇ ਤਨ ਵਿੱਚੋਂ ਲਹੂ ਦੀਆਂ ਤਤੀਰੀਆਂ ਫੁੱਟ ਰਹੀਆਂ ਹਨ, ਕਿਉਂਕਿ ਉਹਨਾਂ ਨੇ ਤੀਰਾਂ ਦੀਆਂ ਮੁੱਖੀਆਂ ਫਲ ਲੱਗੀਆਂ ਹੋਈਆਂ ਹਨ, ਇੰਜ ਪ੍ਰਤੀਤ ਹੁੰਦਾ ਹੈ। ਜਨ ਰਾਤ ਕੇ ਦੂਰ ਬਿਬਾਸ, ਦਸੋ ਦਿਸ ਫੈਲ ਚਲੀ ਰਵ ਕੀ ਕਿਰਨੇ। ਮਾਨੋ ਰਾਤ ਨੂੰ ਦੂਰ ਕਰਨ ਲਈ ਪ੍ਰਭਾਤ ਵੇਲੇ ਸੂਰਜ ਦੀਆਂ ਕਿਰਨਾਂ ਦਸਾਂ ਦਿਸ਼ਾਵਾਂ ਵਿੱਚ ਪਸਰ ਚਲੀਆਂ ਹੋਣ। ਚੰਡ ਲੈ ਚੱਕਰ ਤਸੀ, ਰਨ ਮੈਂ ਰਿਸ ਕ੍ਰੁੱਧ ਕੀਓ ਬਹੁ ਦਾਨਵ ਮਾਰੇ। ਚੰਡੀ ਚੱਕਰ ਲੈ ਕੇ ਰਣ ਭੂਮੀ ਵਿੱਚ ਧਸ ਗਈ ਅਤੇ ਕ੍ਰੋਧਵਾਨ ਹੋ ਕੇ ਬਹੁਤ ਦੈਂਤ ਮਾਰ ਦਿੱਤੇ। ਫੇਰ ਗਦਾ ਗਹਿ ਕਹਿ ਲਹਿ ਕੇ ਚਹਿ ਕੇ, ਰਿਪ ਸੈਨ ਹਤੀ ਲਲਕਾਰੇ। ਫੇਰ ਗਦਾ ਗਹਿ ਕੇ ਲਹਿ ਕੇ ਚਹਿ ਕੇ, ਰਿਪ ਸੈਨ ਹਤੀ ਲਲਕਾਰੇ। ਫਿਰ ਗਦਾ ਫੜ ਕੇ, ਵੇਖ ਕੇ, ਚਾਹ ਕੇ ਵੈਰੀ ਦੀ ਸੈਨਾ ਨੂੰ ਲਲਕਾਰ ਕੇ ਮਾਰਿਆ। ਲੈ ਕਰ ਖਗ ਅਦਗ ਮਹਾ ਸਿਰ, ਦੈਤਨ ਕੇ ਬਹੁਪੂ ਪਰ ਚਾਰੇ। ਹੱਥ ਵਿੱਚ ਢਾਡੀ ਲਸ਼ਕਵੀ ਵੱਡੀ ਖੜਗ ਲੈ ਕੇ ਦੈਂਤਾਂ ਦੇ ਸਿਰਾਂ ਉੱਤੇ ਮਾਰੀ ਅਤੇ ਉਹਨਾਂ ਨੂੰ ਧਰਤੀ ਉੱਤੇ ਖਿੰਡਾ ਦਿੱਤਾ। ਰਾਮ ਕੇ ਜੁੱਧ ਸਮੇਂ ਹਨੂਮਾਨ, ਜੁਆਨ ਮਨੋ ਗਰੂਏ ਗਿਰ ਡਾਰੇ। ਇੰਜ ਪ੍ਰਤੀਤ ਹੁੰਦਾ ਹੈ ਮਾਨੋ ਸ਼੍ਰੀ ਰਾਮ ਚੰਦਰ ਦੇ ਯੁੱਧ ਵੇਲੇ ਹਨੂਮਾਨ ਨੇ ਵੱਡੇ ਵੱਡੇ ਪਰਬਤ ਲਿਆ ਕੇ ਸੁੱਟੇ ਹੋਣ। दानव एक बड्डो बलवान, कृपान ले पान हकार के तायो। एक बहुत बलवान दैंत हੱਥ ਵਿੱਚ ਕਿਰਪਾਨ ਲੈ ਕੇ ਲਲਕਾਰਾ ਮਾਰਦਾ ਹੋਇਆ ਅੱਗੇ ਵਧਿਆ। ਕਾਢ ਕੇ ਖਗਸੂ ਚੰਡਿਕਾ ਮਿਆਨ ਤੇ, ਤਾਂ ਤਨ ਬੀਚ ਪਲੇ ਬਰ ਲਾਇਓ। ਅੱਗੋਂ ਚੰਡੀ ਨੇ ਮਿਆਨ ਵਿੱਚੋਂ ਖੜਗ ਕੱਢ ਕੇ ਪੂਰੇ ਜ਼ੋਰ ਨਾਲ ਉਸਦੇ ਸਰੀਰ ਉੱਤੇ ਵਾਰ ਕੀਤਾ। ਟੂਟ ਪਰਿਓ ਸਿਰ ਵਾ ਤਰ ਤੇ, ਜਿਸ ਇਹਾਂ ਛਬ ਕੋ ਕਵੀ ਕੇ ਮਨ ਆਇਓ। ਉਸਦਾ ਸਿਰ ਟੁੱਟ ਕੇ ਧਰਤੀ ਉੱਤੇ ਡਿੱਗ ਪਿਆ। ਇਸ ਛਵੀ ਦਾ ਯਸ਼ ਕਵੀ ਦੇ ਮਨ ਵਿੱਚ ਇੰਜ ਆਇਆ।
ਊਚ ਤਰਾਤਰ ਊਪਰ ਤੇ ਗਿਰਿਓ ਕਾਕ ਕਰਾਲ ਭੁਜੰਗਮ ਖਾਇਓ। ਮਾਨੋ ਉੱਚੇ ਪਰਬਤ ਉੱਤੇ ਭਿਆਨਕ ਸੱਪ ਦਾ ਖਾਧਾ ਹੋਇਆ ਘਾਹ ਧਰਤੀ ਉੱਤੇ ਡਿੱਗ ਪਿਆ ਹੋਵੇ।